ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਸਾਡੇ ਸਰੀਰ ਵਿੱਚ ਆਤਮਾ ਕਿਹੜੀ ਜਗ੍ਹਾ ਹੁੰਦੀ ਹੈ। ਮਤਲਬ ਆਤਮਾ ਸਾਡੇ ਸਰੀਰ ਵਿੱਚ ਕਿੱਥੇ ਵਾਸ ਕਰਦੀ ਹੈ। ਅਧਿਆਤਮ ਦੇ ਰਾਹ 'ਤੇ ਚੱਲਣ ਵਾਲੇ ਮਨੁੱਖ ਨੂੰ ਅਕਸਰ ਆਤਮਾ ਦੇ ਬਾਰੇ ਜਾਣਨ ਦੀ ਇੱਛਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਹੋਰ ਕਿਸੇ ਚੀਜ਼ ਬਾਰੇ ਜਾਣਨ ਦੀ ਇੱਛਾ ਦਿਮਾਗ ਵੱਲੋਂ ਤੁਹਾਡੇ ਮਨ ਵਿੱਚ ਘਟਦੀ ਹੈ। ਅਸਲ ਵਿੱਚ ਆਤਮ ਗਿਆਨ ਅਤੇ ਪਰਮਾਤਮਾ ਦੇ ਬਾਰੇ ਪਤਾ ਕਰਨ ਦਾ ਜੋ ਕੰਮ ਹੁੰਦਾ ਹੈ ਉਹ ਤੁਹਾਡੇ ਮਨ ਦਾ ਹੀ ਹੁੰਦਾ ਹੈ। ਤੁਹਾਡਾ ਮਨ ਵਿਚਾਰ ਕਰਦਾ ਹੈ, ਦਿਮਾਗ ਤਰਕ ਵਿਤਰਕ ਵਿੱਚ ਫਸਿਆ ਰਹਿੰਦਾ ਹੈ। ਤੁਸੀਂ ਆਪਣੇ ਸਰੀਰ ਨੂੰ ਸਿਰਫ ਇੰਨਾ ਹੀ ਸਮਝਦੇ ਹੋ, ਪਰ ਇਹ ਇਸ ਤੋਂ ਕਿਤੇ ਵੱਧ ਹੈ ਜੋ ਤੁਸੀਂ ਨਹੀਂ ਜਾਣਦੇ। ਤੁਹਾਡੇ ਸਰੀਰ ਵਿੱਚ ਕਈ ਪਰਤਾਂ ਹਨ। ਇਹ ਸਭ ਪਰਤਾਂ ਆਪਣੇ ਆਪਣੇ ਹਿਸਾਬ ਨਾਲ ਕੰਮ ਕਰਦੀਆਂ ਹਨ। ਜਿੱਦਾਂ ਤੁਹਾਡਾ ਦਿਮਾਗ, ਮਨ, ਭਾਵਨਾਵਾਂ, ਅਹੰਕਾਰ, ਇਹਨਾਂ ਸਭ ਦੇ ਡਿਪਾਰਟਮੈਂਟ ਵੱਖ-ਵੱਖ ਹਨ। ਤੁਹਾਡਾ ਇਹ ਚੰਚਲ ਮਨ ਹੀ ਉਸ ਆਤਮਾ ਅਤੇ ਪਰਮਾਤਮਾ ਨੂੰ ਜਾਣਨ ਦੀ ਇੱਛਾ ਰੱਖਦਾ ਹੈ ਅਤੇ ਇਸ ਮਨ ਨੂੰ ਤੇ ਤੁਸੀਂ ਜਾਣਦੇ ਹੀ ਹੋ ਜੋ ਬਹੁਤ ਹੀ ਚੰਚਲ ਹੈ, ਪਲ-ਪਲ ਵਿੱਚ ਬਦਲ ਜਾਂਦਾ ਹੈ। ਅੱਜ ਮੈਨੂੰ ਆਤਮ ਗਿਆਨ ਪਾਉਣ ਦੀ ਇੱਛਾ ਹੈ, ਪਰਮਾਤਮਾ ਬਾਰੇ ਪਤਾ ਕਰਨਾ ਚਾਹੁੰਦਾ ਹਾਂ, ਪਰ ਉੱਥੇ ਹੀ ਦੂਜੇ ਪਲ ਵਿੱਚ ਮੇਰੇ ਸਰੀਰ ਵਿੱਚ ਮੌਜੂਦ ਇੰਦਰੀਆਂ ਜਿੱਦਾਂ ਅੱਖਾਂ ਅਤੇ ਕੰਨ, ਇਹ ਕਿਸੇ ਨੂੰ ਵੇਖਦੇ ਹਨ ਜਾਂ ਸੁਣਦੇ ਹਨ। ਫਿਰ ਮਨ ਵਿੱਚ ਉਸੇ ਪਲ ਵਿਚਾਰ ਆ ਜਾਂਦਾ ਹੈ ਜਿੱਦਾਂ ਅਸੀਂ ਕਿਸੇ ਮਹਿੰਗੀ ਚੀਜ਼ ਨੂੰ ਦੇਖਦੇ ਹਾਂ, ਜਿਵੇਂ ਕੋਈ ਮਹਿੰਗੀ ਕਾਰ ਜਾਂ ਸੋਹਣਾ ਘਰ। ਇੱਦਾਂ ਦੀਆਂ ਚੀਜ਼ਾਂ ਨੂੰ ਦੇਖਦੇ ਹੀ ਮਨ ਵਿੱਚ ਨਵੇਂ ਵਿਚਾਰ ਆਉਂਦੇ ਹਨ ਅਤੇ ਜੋ ਪੁਰਾਣੇ ਵਿਚਾਰ ਸੀ ਉਹ ਕਿਤੇ ਥੱਲੇ ਦਫਨ ਹੋ ਜਾਂਦੇ ਹਨ। ਜਿਸ ਤਰ੍ਹਾਂ ਮਨ ਕੁਝ ਸਮਾਂ ਪਹਿਲਾਂ ਪਰਮਾਤਮਾ ਨੂੰ ਜਾਣਨ ਦੀ ਇੱਛਾ ਰੱਖ ਰਿਹਾ ਸੀ, ਉਸ ਵਿੱਚ ਆਤਮਾ ਬਾਰੇ ਜਾਣਨ ਦੀ ਵੀ ਉਤਸੁਕਤਾ ਸੀ, ਪਰ ਹੁਣ ਉੱਥੇ ਕੁਝ ਹੋਰ ਹੀ ਮੌਜੂਦ ਹੈ, ਕੁਝ ਹੋਰ ਨਵੇਂ ਵਿਚਾਰ। ਇਸੇ ਲਈ ਤੁਹਾਡੀਆਂ ਸਾਧਨਾਵਾਂ ਬਾਰ-ਬਾਰ ਟੁੱਟਦੀਆਂ ਹਨ। ਰਹੀ ਗੱਲ ਆਤਮਾ ਬਾਰੇ ਜਾਣਨ ਦੀ, ਤੇ ਸੰਗਤ ਜੀ, ਆਤਮਾ ਬਾਰੇ ਦੱਸਿਆ ਹੀ ਨਹੀਂ ਜਾ ਸਕਦਾ। ਜੋ ਸਿਰਫ ਦੱਸਿਆ ਜਾ ਸਕਦਾ ਹੈ ਉਹ ਸਿਰਫ ਸ਼ਬਦਾਂ ਦਾ ਗਿਆਨ ਹੁੰਦਾ ਹੈ। ਅਸੀਂ ਬਹੁਤ ਸਮੇਂ ਪਹਿਲਾਂ ਤੋਂ ਹੀ ਬਹੁਤ ਗਲਤ ਧਾਰਨਾਵਾਂ ਬਣਾ ਰੱਖੀਆਂ ਹਨ, ਜਿੱਦਾਂ ਕਿ ਆਤਮਾ ਹਿਰਦੇ ਵਿੱਚ ਨਿਵਾਸ ਕਰਦੀ ਹੈ, ਨਾਭ ਕੇਂਦਰ ਵਿੱਚ ਰਹਿੰਦੀ ਹੈ, ਜਾਂ ਫਿਰ ਦਸਮ ਦੁਆਰ ਤੇ ਵਾਸ ਕਰਦੀ ਹੈ। ਜਾਂ ਬਹੁਤ ਲੋਕ ਕਹਿੰਦੇ ਨੇ ਕਿ ਆਤਮਾ ਉਸ ਪਰਮਾਤਮਾ ਦਾ ਹੀ ਅੰਸ਼ ਹੈ। ਇਸ ਹਿਸਾਬ ਨਾਲ ਤਾਂ ਪਰਮਾਤਮਾ ਦਾ ਸਰੂਪ ਦਾ ਮਤਲਬ ਹੋਇਆ ਕਿ ਪਰਮਾਤਮਾ ਦੇ ਸਰੂਪ ਨੂੰ ਹੀ ਵੱਖ-ਵੱਖ ਕਰਕੇ ਆਤਮਾਵਾਂ ਬਣਾਈਆਂ ਹੋਣ। ਨਹੀਂ, ਐਦਾਂ ਕੁਝ ਵੀ ਨਹੀਂ ਹੈ। ਇਸ ਦੁਨੀਆ ਵਿੱਚ ਕਿਸੇ ਜੀਵ ਅਤੇ ਵਸਤੂ ਵਿੱਚ ਸਿਰਫ ਇੱਕ ਹੀ ਸ਼ਕਤੀ ਹੈ ਜਿਸ ਨੂੰ ਤੁਸੀਂ ਆਤਮਾ ਕਹਿੰਦੇ ਹੋ, ਜੋ ਤੁਹਾਡੇ ਅੰਦਰ ਹੈ। ਉਹੀ ਸ਼ਕਤੀ ਪਸ਼ੂ ਪੰਛੀਆਂ ਵਿੱਚ ਜਾਂ ਕਿਸੇ ਵਸਤੂ ਵਿੱਚ ਹੈ। ਕੋਈ ਵੀ ਚੀਜ਼ ਸ਼ਕਤੀ ਬਗੈਰ ਨਹੀਂ ਹੈ। ਸਭ ਦੇ ਅੰਦਰ ਊਰਜਾ ਹੈ। ਤੁਹਾਨੂੰ ਸਭ ਚੀਜ਼ਾਂ ਬੇਜਾਨ ਲੱਗਦੀਆਂ ਹੋਣਗੀਆਂ, ਪਰ ਸੰਗਤ ਜੀ, ਕੁਝ ਵੀ ਬੇਜਾਨ ਨਹੀਂ ਹੈ। ਸਭ ਕੁਝ ਐਟਮ ਨਾਲ ਬਣਿਆ ਹੁੰਦਾ ਹੈ ਅਤੇ ਐਟਮ ਦੇ ਅੰਦਰ ਇਲੈਕਟ੍ਰੋਨ, ਪ੍ਰੋਟੋਨ ਅਤੇ ਨਿਊਟਰੋਨ ਤੇਜ਼ੀ ਨਾਲ ਦੌੜ ਰਹੇ ਹੁੰਦੇ ਹਨ। ਆਤਮਾ ਤੇ ਤੁਹਾਡੇ ਪੂਰੇ ਸਰੀਰ ਵਿੱਚ ਫੈਲੀ ਹੋਈ ਹੈ। ਉਹ ਹਰ ਅੰਗ ਵਿੱਚ ਹੈ। ਉਹ ਇੱਕ ਹੀ ਹੈ। ਆਤਮਾ ਨੂੰ ਪਰਮਾਤਮਾ ਦਾ ਸਰੂਪ ਕਿਉਂ ਕਿਹਾ ਗਿਆ? ਆਤਮਾ ਨੂੰ ਸਰੂਪ ਕਹਿਣਾ ਜਾਂ ਆਤਮਾ ਦੀਆਂ ਹੋਰ ਕੁਝ ਪਰਿਭਾਸ਼ਾਵਾਂ ਦੇਣਾ, ਇਹ ਸਿਰਫ ਤੁਹਾਡੀ ਮਨ ਅਤੇ ਦਿਮਾਗ ਨੂੰ ਸਮਝਾਉਣ ਲਈ ਕਿਹਾ ਗਿਆ ਹੈ, ਕਿਉਂਕਿ ਤੁਹਾਡਾ ਮਨ ਅਤੇ ਦਿਮਾਗ ਇਸੇ ਭਾਸ਼ਾ ਨੂੰ ਸਮਝਦਾ ਹੈ। ਇਸੇ ਲਈ ਪੂਰੇ ਵਿਸ਼ਵ ਵਿੱਚ ਇੱਕੋ ਹੀ ਊਰਜਾ ਵਹਿੰਦੀ ਪਈ ਹੈ। ਤੁਹਾਡੀ ਆਤਮਾ ਸਰੀਰ ਛੱਡ ਕੇ ਕਿਤੇ ਨਹੀਂ ਜਾਂਦੀ ਹੈ, ਬਲਕਿ ਤੁਹਾਡਾ ਸਰੀਰ ਆਤਮਾ ਨੂੰ ਛੱਡ ਦਿੰਦਾ ਹੈ। ਹੁਣ ਸਰੀਰ ਦਾ ਸਮਾਂ ਆ ਚੁੱਕਿਆ ਹੈ। ਆਤਮ ਗਿਆਨ ਵਿੱਚ ਅਭਿਆਸੀ ਆਤਮਾ ਦੀ ਖੋਜ ਕਰਦਾ ਹੈ, ਤੱਤਾਂ ਦੀ ਖੋਜ ਕਰਦਾ ਹੈ ਜਾਂ ਉਸ ਬ੍ਰਹਮ ਦੀ ਖੋਜ ਕਰਦਾ ਹੈ। ਅਸਲ ਵਿੱਚ ਖੋਜ ਕਹਿਣਾ ਇਹ ਸਹੀ ਭਾਸ਼ਾ ਨਹੀਂ ਹੈ। ਇੱਕ ਸੱਚਾ ਅਭਿਆਸੀ ਤੇ ਬਸ ਰਿਲੈਕਸ ਹੋਣਾ ਸਿੱਖਦਾ ਹੈ, ਬਿਲਕੁਲ ਸ਼ਾਂਤ ਹੋਣਾ। ਅਤੇ ਸ਼ਾਂਤ ਹੋਣ ਲਈ ਜਿੰਨੇ ਵੀ ਯੋਗ ਅਭਿਆਸ ਅਤੇ ਧਿਆਨ, ਜਿੰਨੀਆਂ ਵੀ ਇਹ ਜੁਗਤੀਆਂ ਹਨ, ਇਹ ਸਿਰਫ ਤੁਹਾਨੂੰ ਸ਼ਾਂਤ ਕਰਨ ਲਈ ਹਨ। ਜਿੱਦਾਂ ਹੀ ਤੁਸੀਂ ਸ਼ਾਂਤ ਹੋ ਜਾਂਦੇ ਹੋ, ਮਨ ਸੁੰਨ ਵਿੱਚ ਚਲਾ ਜਾਂਦਾ ਹੈ। ਤੁਹਾਡੇ ਸਰੀਰ ਦੀਆਂ ਜਦ ਸਾਰੀਆਂ ਪਰਤਾਂ ਅਕਿਰਿਆਸ਼ੀਲ ਹੋ ਜਾਂਦੀਆਂ ਹਨ, ਕੇਵਲ ਪਰਮ ਚੇਤਨਾ ਦੀ ਅਵਸਥਾ ਹੋ ਜਾਂਦੀ ਹੈ, ਉਦੋਂ ਇਸ ਅਵਸਥਾ ਵਿੱਚ ਤੁਹਾਨੂੰ ਕੁਝ ਨਵਾਂ ਨਹੀਂ ਮਿਲਦਾ, ਜਦ ਕਿ ਜੋ ਪਹਿਲਾਂ ਤੋਂ ਹੀ ਸੀ, ਉਸ ਦਾ ਜੋ ਕੰਮ ਸੀ, ਬਸ ਤੁਸੀਂ ਉਸ ਨੂੰ ਸਮਝ ਲੈਂਦੇ ਹੋ। ਇਸ ਸਰੀਰ ਦੇ ਜੀਵਨ ਅਤੇ ਮੌਤ ਦਾ ਕਾਰਨ ਤੁਹਾਡੇ ਮਨ, ਦਿਮਾਗ ਤੇ ਚਿੱਤ ਦਾ ਕਾਰਨ, ਇਹ ਸਭ ਚੀਜ਼ਾਂ ਕੀ ਹਨ, ਕਿਸ ਤਰ੍ਹਾਂ ਦਾ ਕੰਮ ਕਰਦੀਆਂ ਹਨ, ਬਸ ਤੁਸੀਂ ਸ਼ਾਂਤ ਹੋ ਕੇ ਇਹਨਾਂ ਬਾਰੇ ਸਭ ਜਾਣ ਜਾਂਦੇ ਹੋ। ਤੁਸੀਂ ਸਿਰਫ ਉਹੀ ਕੁਝ ਜਾਣ ਸਕਦੇ ਹੋ ਜੋ ਪਹਿਲਾਂ ਤੋਂ ਹੀ ਮੌਜੂਦ ਸੀ, ਕਿਤੇ ਨਹੀਂ ਗਿਆ ਸੀ। ਅਤੇ ਇਹਨਾਂ ਸਭ ਨੂੰ ਜਾਣਨ ਤੋਂ ਬਾਅਦ ਉਦੋਂ ਜਾ ਕੇ ਤੁਹਾਨੂੰ ਇਹ ਸੰਸਾਰ ਵਿਅਰਥ ਅਤੇ ਮਾਇਆ ਨਜ਼ਰ ਆਉਂਦਾ ਹੈ, ਕਿਉਂਕਿ ਹੁਣ ਤੁਹਾਨੂੰ ਖਜ਼ਾਨਾ ਮਿਲ ਚੁੱਕਿਆ ਹੁੰਦਾ ਹੈ। ਇੱਥੋਂ ਫਿਜ਼ੀਕਲ ਵਰਲਡ ਦੀ ਭੱਜ ਦੌੜ ਰੁਕ ਜਾਂਦੀ ਹੈ ਅਤੇ ਸਭ ਕੁਝ ਜਾਣਨ ਤੋਂ ਬਾਅਦ ਹੀ ਮੁਕਤ ਹੋਇਆ ਜਾ ਸਕਦਾ ਹੈ। ਜਦੋਂ ਤੁਸੀਂ ਸਭ ਤੋਂ ਪਾਰ ਨਿਕਲ ਜਾਂਦੇ ਹੋ, ਇੱਕ ਪਲ ਇਹੋ ਜਿਹਾ ਵੀ ਆਉਂਦਾ ਹੈ ਜਦੋਂ ਨਾ ਤੇ ਤੁਹਾਨੂੰ ਕੋਈ ਗੁਰੂ ਚਾਹੀਦਾ ਹੁੰਦਾ ਹੈ, ਨਾ ਪਰਮਾਤਮਾ ਚਾਹੀਦਾ ਹੈ, ਅਤੇ ਨਾ ਹੀ ਤੁਹਾਨੂੰ ਮੁਕਤੀ ਚਾਹੀਦੀ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦੇ ਗਿਆਨ ਦੀ ਇੱਛਾ ਨਹੀਂ ਹੁੰਦੀ, ਕੋਈ ਇੱਛਾ ਨਹੀਂ।
ਅਸਲ ਵਿੱਚ ਮਨੁੱਖ ਦੀ ਆਖਰੀ ਤੋਂ ਆਖਰੀ ਇੱਛਾ ਮੁਕਤੀ ਪਾਉਣ ਦੀ ਹੀ ਇੱਛਾ ਹੈ। ਅਗਰ ਇਹ ਮੁਕਤੀ ਪਾਉਣ ਦੀ ਇੱਛਾ ਵੀ ਬਚਦੀ ਹੈ ਜਾਂ ਉਸ ਪਰਮਾਤਮਾ ਨੂੰ ਪਾਉਣ ਦੀ ਵੀ ਇੱਛਾ ਵਸਦੀ ਹੈ, ਫਿਰ ਵੀ ਉਹ ਮੁਕਤ ਨਹੀਂ ਹੋ ਸਕਦਾ, ਕਿਉਂਕਿ ਜਦ ਤੱਕ ਤੁਹਾਡੇ ਅੰਦਰ ਮੁਕਤੀ ਪਾਉਣ ਦੀ ਉਹ ਇੱਛਾ ਹੈ, ਉਹੀ ਇੱਛਾ ਹੀ ਬੰਧਨ ਹੈ। ਜਿਸ ਤਰ੍ਹਾਂ ਕਿਸੇ ਮਨੁੱਖ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਂਦਾ ਹੈ, ਤਾਂ ਉਸ ਨੂੰ ਜੇਲ੍ਹ ਵਿੱਚ ਬੰਦ ਕਰਨਾ ਤਾਂ ਹੀ ਹੋ ਸਕੇਗਾ ਜਦ ਤੱਕ ਉਹ ਜੇਲ੍ਹ ਜਾਣਾ ਆਪ ਨਾ ਚਾਹੇ, ਜੇਲ੍ਹ ਜਾਣ ਦਾ ਵਿਰੋਧ ਨਾ ਕਰੇ। ਜੇਕਰ ਕਿਸੇ ਮੁਕਤ ਵਿਅਕਤੀ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ ਤਾਂ ਉਹ ਉੱਥੇ ਵੀ ਮੁਕਤ ਹੈ, ਉਹ ਬੰਦ ਨਹੀਂ ਹੈ, ਕਿਉਂਕਿ ਉਸ ਲਈ ਜੀਵਨ ਜਿਸ ਤਰ੍ਹਾਂ ਜੇਲ੍ਹ ਦੇ ਬਾਹਰ ਸੀ ਉਸੇ ਤਰ੍ਹਾਂ ਜੇਲ੍ਹ ਦੇ ਅੰਦਰ ਹੈ। ਉਹ ਕਿਸੇ ਵੀ ਚੀਜ਼ ਦਾ ਵਿਰੋਧ ਨਹੀਂ ਕਰਦਾ। ਉਹਨੂੰ ਲੋਕ ਉੱਚਾ ਚੁੱਕਣ ਦੀ ਕੋਸ਼ਿਸ਼ ਕਰਨਗੇ ਤੇ ਉਹ ਉੱਠੇਗਾ ਵੀ, ਬਹੁਤ ਹੀ ਆਰਾਮ ਨਾਲ ਜੇਲ੍ਹ ਵਿੱਚ ਚਲਾ ਜਾਵੇਗਾ, ਉੱਥੇ ਬੈਠ ਜਾਵੇਗਾ। ਉਸਨੂੰ ਸਰੀਰਿਕ ਅਤੇ ਮਾਨਸਿਕ ਰੂਪ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬੰਧਨ ਨਹੀਂ ਹੁੰਦਾ, ਕੋਈ ਵਿਰੋਧ ਨਹੀਂ ਹੁੰਦਾ। ਐਦਾਂ ਦੇ ਮਨੁੱਖ ਨੂੰ ਕਿਤੇ ਵੀ ਕੋਈ ਕੈਦ ਨਹੀਂ ਕੀਤਾ ਜਾ ਸਕਦਾ। ਮੁਕਤੀ ਅਤੇ ਬੰਧਨ ਇਹ ਦੋਵੇਂ ਬਾਹਰ ਦੀਆਂ ਵਸਤੂਆਂ ਨਹੀਂ ਹਨ। ਇਹ ਤੁਹਾਡੇ ਅੰਦਰ ਦੀਆਂ ਵਸਤੂਆਂ ਹਨ ਤੇ ਤੁਸੀਂ ਜਿਸ ਨੂੰ ਮੁਕਤ ਕਰਨ ਲਈ ਦੁਨੀਆ ਭਰ ਦੀਆਂ ਸਾਧਨਾਵਾਂ ਕਰ ਰਹੇ ਹੋ, ਉਹ ਤਾਂ ਪਹਿਲਾਂ ਤੋਂ ਹੀ ਮੁਕਤ ਹਨ। ਉਸ ਨੂੰ ਕਦੇ ਵੀ ਬੰਨਿਆ ਨਹੀਂ ਜਾ ਸਕਦਾ। ਬਸ ਇਹੀ ਅਹਿਸਾਸ ਤੁਸੀਂ ਕਰਨਾ ਹੈ। ਐਨਾ ਅਹਿਸਾਸ ਹੁੰਦਿਆਂ ਹੀ, ਇਹ ਜਾਣਦਿਆਂ ਹੀ ਤੁਸੀਂ ਕਹਿੰਦੇ ਹੋ, ਜੋ ਮੈਂ ਜਨਮਾਂ ਤੋਂ ਲੱਭ ਰਿਹਾ ਸੀ, ਜਿਸ ਨੂੰ ਪਾਉਣ ਦੀ ਇੱਛਾ ਵਿੱਚ ਇੱਧਰ ਉੱਧਰ ਭਟਕ ਰਿਹਾ ਸੀ, ਉਹ ਪਹਿਲਾਂ ਤੋਂ ਹੀ ਮੇਰੇ ਅੰਦਰ ਸੀ, ਐਨਾ ਨੇੜੇ ਸੀ, ਮੈਂ ਉੱਥੇ ਕਦੀ ਦੇਖਿਆ ਹੀ ਨਹੀਂ। ਇਸੇ ਲਈ ਕਦੇ ਕੋਈ ਯੋਗੀ ਕਹਿ ਦਿੰਦਾ ਹੈ ਕਿ ਆਤਮ ਗਿਆਨ ਪਾਉਣਾ ਇੰਨਾ ਸੌਖਾ ਹੈ, ਕਦੀ ਸੋਚਿਆ ਵੀ ਨਹੀਂ ਜਾ ਸਕਦਾ। ਮਨੁੱਖ ਇਹਨੂੰ ਮੰਨ ਹੀ ਨਹੀਂ ਸਕਦਾ, ਇਸੇ ਲਈ ਬਾਹਰਲੀ ਦੌੜ ਵਿੱਚ ਅੰਨਾ ਰਹਿੰਦਾ ਹੈ। ਧਿਆਨ ਸੁੰਨ ਹੋ ਜਾਣ ਦੀ ਵਿਧੀ ਹੈ, ਬਾਹਰ ਤੋਂ ਅੰਦਰ ਜਾਣ ਦੀ ਵਿਧੀ, ਜਿੱਥੋਂ ਤੁਸੀਂ ਸਭ ਕੁਝ ਜਾਣ ਲੈਂਦੇ ਹੋ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।